ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਮੈਥ ਪੈਡਾਗੋਜੀ ਦੇ ਜਿਹੜੇ ਇੰਪੋਰਟੈਂਟ ਕੁਐਸਚਨਸ ਨੇ, ਜਿਹੜੇ ਇੰਪੋਰਟੈਂਟ ਇਹਦੇ ਵਿੱਚ ਪ੍ਰੀਵੀਅਸ ਕੁਐਸਚਨਸ ਨੇ, ਠੀਕ ਹੈ ਜੀ, ਔਰ ਪ੍ਰੀਵੀਅਸ ਦੇ ਨਾਲ ਨਾਲ ਜਿਹੜੇ ਇੰਪੋਰਟੈਂਟ ਕੁਐਸਚਨਸ ਨੇ ਸਾਰੇ, ਠੀਕ ਹੈ ਜੀ, ਉਹ ਮੈਂ ਇਸ ਵੀਡੀਓ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਵੀਡੀਓ ਦੇ ਵਿੱਚ 40 ਕੁਐਸਚਨਸ ਨੇ, ਠੀਕ ਹੈ ਕਿ ਜਿਸ ਨੇ ਵੀ ਇੱਕ ਮੈਥ ਪੈਡਾਗੋਜੀ ਦਾ ਓਵਰਵਿਊ ਲੈਣਾ ਹੋਵੇ ਉਹਦੇ ਲਈ ਇਹ ਵੀਡੀਓ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ। ਅਤੇ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਇਸ ਤੋਂ ਪਹਿਲਾਂ ਜੋ ਵੀ ਇਸ ਚੈਨਲ 'ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਆਪਾਂ ਹੁਣ ਵੀਡੀਓ ਦੀ ਜਿਹੜੀ ਹੈ ਸ਼ੁਰੂਆਤ ਕਰਦੇ ਹਾਂ। ਸੋ ਦੇਖੋ, ਇਹਦਾ ਜਿਹੜਾ ਅੱਜ ਦੀ ਵੀਡੀਓ ਦਾ ਪਹਿਲਾ ਕੁਐਸਚਨ ਹੈ, ਉਹ ਪਹਿਲਾ ਕੁਐਸਚਨ ਕੀ ਹੈ ਕਿ ਹੂ ਇਜ਼ ਨੋਨ ਐਜ਼ ਫਾਦਰ ਆਫ ਜਿਓਮੈਟਰੀ। ਜਿਹੜੀ ਜਿਓਮੈਟਰੀ ਹੈ ਉਹਦਾ ਜਿਹੜਾ ਫਾਦਰ ਹੈ ਉਹ ਕਿਸ ਨੂੰ ਕਿਹਾ ਗਿਆ? ਉਹ ਕਿਹਾ ਗਿਆ ਜੀ ਇਕੁਲਿਡ, ਠੀਕ ਹੈ ਜੀ। ਆਪਸ਼ਨ ਨੰਬਰ ਸੀ, ਇਕੁਲਿਡ ਨੂੰ ਜਿਹੜਾ ਹੈ ਫਾਦਰ ਆਫ ਜਿਓਮੈਟਰੀ ਕਿਹਾ ਗਿਆ, ਠੀਕ ਹੈ ਜੀ। ਸੈਕਿੰਡ ਕੁਐਸਚਨ ਦੇਖਦੇ ਹਾਂ ਕਿ ਹੂ ਸੈਡ ਮੈਥਮੈਟਿਕਸ ਇਜ਼ ਦਾ ਮਿਰਰ ਆਫ ਸਿਵਿਲਾਈਜੇਸ਼ਨ। ਸੋ ਇਹ ਇੰਪੋਰਟੈਂਟ ਕੁਐਸਚਨ ਹੈ, ਇਹ ਮਤਲਬ ਅਕਸਰ ਪੁੱਛਿਆ ਜਾਂਦਾ ਹੈ, ਠੀਕ ਹੈ ਜੀ। ਸੋ ਮੈਥਮੈਟਿਕਸ ਇਜ਼ ਦਾ ਮਿਰਰ ਆਫ ਸਿਵਿਲਾਈਜੇਸ਼ਨ ਇਹ ਕਿਹਨੇ ਕਿਹਾ ਹੈ ਜੀ? ਇਹ ਬੈਕਨ ਨੇ ਕਿਹਾ, ਨਿਊਟਨ ਨੇ ਕਿਹਾ, ਜਾਂ ਗੈਲੀਲੀਓ ਨੇ ਕਿਹਾ, ਜਾਂ ਹੌਗਬੈਨ ਨੇ ਕਿਹਾ, ਠੀਕ ਹੈ ਜੀ। ਜੋ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਡੀ, ਹੌਗਬੈਨ। ਸੋ ਆਪਾਂ ਅੱਗੇ ਚੱਲਦੇ ਹਾਂ। ਮੈਥਮੈਟਿਕਸ ਇਜ਼ ਦਾ ਐਂਟਰੀ ਗੇਟ ਐਂਡ ਕੀ ਆਫ ਆਲ ਸਬਜੈਕਟ ਹੂ ਸੈਡ ਦਿਸ ਸਟੇਟਮੈਂਟ, ਠੀਕ ਹੈ ਜੀ। ਰੋਗਨ ਬੈਕਨ ਨੇ ਕਿਹਾ ਹੈ ਜੀ, ਡਰੀਵਰ ਨੇ ਕਿਹਾ, ਲੌਕੀ ਨੇ ਕਿਹਾ, ਜਾਂ ਕੈਂਪਟੇ ਨੇ ਕਿਹਾ ਹੈ, ਠੀਕ ਹੈ ਜੀ। ਜੋ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਏ, ਰੋਗਨ ਬੈਕਨ ਨੇ ਜਿਹੜੀ ਇਹ ਗੱਲ ਕਹੀ ਕਿ ਮੈਥ ਜਿਹੜਾ ਹੈ ਐਂਟਰੀ ਗੇਟ ਐਂਡ ਕੀ ਆਫ ਆਲ ਸਬਜੈਕਟਸ, ਠੀਕ ਹੈ ਜੀ। ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ। ਮੈਥਮੈਟਿਕਸ ਇਜ਼ ਦਾ ਸਾਇੰਸ ਆਫ, ਮੈਥਮੈਟਿਕਸ ਇਜ਼ ਦਾ ਸਾਇੰਸ ਆਫ A beauty, B logical thinking, ਜਾਂ systematic reasoning, C critical study, ਜਾਂ D none of those। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ B, logical thinking and systematic reasoning। ਅਗਲਾ ਕੁਐਸਚਨ ਦੇਖਦੇ ਹਾਂ ਜੀ। ਦ ਲਾਰਜ ਸਾਈਜ਼ ਆਫ ਮੈਥਮੈਟਿਕਸ ਇਨ ਦ ਨੇਚਰ ਆਫ ਮੈਥਮੈਟਿਕਸ ਮੀਨਸ ਦੈਟ, ਠੀਕ ਹੈ ਜੀ। ਦ ਲਾਰਜ ਸਾਈਜ਼ ਆਫ ਮੈਥਮੈਟਿਕਸ in the nature of mathematics means that A, mathematics is the most valuable school subject, ਜਾਂ B, mathematics is needed to be learnt sequentially, ठीक है जी, ਜਾਂ C, mathematics is needed to be learnt in depth, ਜਾਂ mathematics is applied in all other school subjects, ठीक है जी। ਸੋ ਜਿਹੜੇ ਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ B, ਕਿ ਮੈਥਮੈਟਿਕਸ ਇਜ਼ ਨੀਡਡ ਟੂ ਬੀ ਲਰਨਡ ਸੀਕੁਐਂਸ਼ਲੀ, ਠੀਕ ਹੈ ਜੀ। ਸੋ ਅੱਗੇ ਚੱਲਦੇ ਹਾਂ ਜੀ। ਅਗਲਾ ਕੁਐਸਚਨ ਹੈ ਦਾ ਨੈਸ਼ਨਲ ਡੇ ਆਫ ਮੈਥਮੈਟਿਕਸ ਇਜ਼ ਸੈਲੀਬ੍ਰੇਟਡ ਔਨ। ਜਿਹੜਾ ਮੈਥਮੈਟਿਕਸ ਹੈ ਨੈਸ਼ਨਲ ਡੇ ਐਜ਼ ਅ ਕਿਹੜੀ ਤਰੀਕ ਨੂੰ ਮਨਾਇਆ ਜਾਂਦਾ ਹੈ? ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਜੀ ਆਪਸ਼ਨ ਨੰਬਰ B, 22 ਦਸੰਬਰ। 22 ਜਿਹੜਾ ਦਸੰਬਰ ਨੂੰ ਹੈ ਜੀ ਇਹ ਮੈਥਮੈਟਿਕਸ ਜਿਹੜਾ ਐਜ਼ ਅ ਨੈਸ਼ਨਲ ਡੇ ਮਨਾਇਆ ਜਾਂਦਾ ਹੈ, ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਹੈ ਕਿ ਮੈਥਮੈਟੀਕਲ ਫਾਰਮੂਲਾ ਕੈਨ ਬੀ ਡਿਡਿਊਸਡ ਬਾਏ ਇੰਡਕਟਿਵ ਮੈਥਡ, ਡਿਡਕਟਿਵ ਮੈਥਡ, ਲੈਬੋਰਟਰੀ ਮੈਥਡ, ਜਾਂ ਡਿਸਕਸ਼ਨ ਮੈਥਡ। ਸੋ ਜਿਹੜਾ ਇਹਦਾ ਸਾਡਾ ਸਹੀ ਆਨਸਰ ਹੈ ਉਹ ਹੈ ਜੀ ਇੰਡਕਟਿਵ ਮੈਥਡ, ਕਿ ਜਿਹੜਾ ਮੈਥਮੈਟੀਕਲਸ ਫਾਰਮੂਲਾ ਆ ਕੈਨ ਬੀ ਡਿਡਿਊਸਡ ਬਾਏ ਇੰਡਕਟਿਵ ਮੈਥਡ। ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਕਿ ਜਿਹੜਾ ਇੰਡਕਟਿਵ ਹੈ, ਇੰਡਕਟਿਵ ਵਿੱਚ ਆਪਾਂ ਕੀ ਕਰਦੇ ਹਾਂ ਜੀ, ਆਪਾਂ ਸਪੈਸੀਫਿਕ ਟੂ ਜਨਰਲ ਜਾਂਦੇ ਹਾਂ, ਠੀਕ ਹੈ ਜੀ। ਸੋ ਅੱਗੇ ਚੱਲਦੇ ਹਾਂ। ਅਗਲਾ ਕੁਐਸਚਨ ਹੈ ਜੀ। ਦ ਵਰਡ ਵਿਚ ਇਜ਼ ਲੀਸਟ ਲਾਈਕ ਦ ਅਦਰ ਵਰਡਸ ਇਨ ਦ ਗਰੁੱਪ ਇਜ਼, ਠੀਕ ਹੈ ਜੀ। ਦ ਵਰਡ ਵਿਚ ਇਜ਼ ਲੀਸਟ ਲਾਈਕ ਦ ਅਦਰ ਵਰਡਸ ਇਨ ਦ ਗਰੁੱਪ ਇਜ਼, ਦੇਖੋ ਇਹ ਆਪਸ਼ਨ ਹੈ ਐਲਜੈਬਰਾ, B ਹੈ ਟ੍ਰਿਗਨੋਮੈਟਰੀ, ਜਿਓਮੈਟਰੀ, ਔਰ D ਲਿਖਿਆ ਇਹਨਾਂ ਨੇ ਮੈਥਮੈਟਿਕਸ। ਦੇਖੋ ਲੀਸਟ ਜਿਹੜਾ ਹੈ
ਮਤਲਬ ਕਿ ਜਿਹੜਾ ਬਾਕੀ ਕਿਸੇ ਦੇ ਨਾਲ ਮੇਚ ਨਹੀਂ ਖਾ ਰਿਹਾ, ਤਾਂ ਉਹਦਾ ਆਨਸਰ ਕੀ ਹੈ? ਉਹ ਹੈ ਜੀ ਆਪਸ਼ਨ ਡੀ। ਠੀਕ ਹੈ, ਦੇਖੋ ਮੈਥਮੈਟਿਕਸ ਦੇ ਹੀ ਤਾਂ ਇਹ ਅੱਗਿਓਂ ਉਹਦੇ ਯੂਨਿਟਸ ਨੇ। ਠੀਕ ਹੈ, ਅੱਗੇ ਉਹਨਾਂ ਦੀਆਂ ਕਹਿ ਲਓ ਬ੍ਰਾਂਚਿਸ ਨੇ ਜਾਂ ਚੈਪਟਰਸ ਨੇ। ਠੀਕ ਹੈ ਜੀ, ਐਲਜੈਬਰਾ, ਟ੍ਰਿਗਨੋਮੈਟਰੀ, ਜਿਓਮੈਟਰੀ। ਠੀਕ ਹੈ, ਇਹ ਇੱਕੋ ਤਰ੍ਹਾਂ ਦੇ ਨੇ, ਲਾਈਕ ਨੇ। ਸੋ ਜਿਹੜਾ ਅਨਲਾਈਕ ਹੈ ਉਹ ਕਿਹੜਾ ਹੈ ਜੀ? ਮੈਥਮੈਟਿਕਸ। ਠੀਕ ਹੈ ਜੀ, ਸੋ ਅੱਗੇ ਚੱਲਦੇ ਹਾਂ। ਪ੍ਰੀ ਨੰਬਰ ਕੰਸੈਪਟਸ ਆਰ ਇੰਪੋਰਟੈਂਟ ਟੂ। ਠੀਕ ਹੈ ਜੀ, ਪ੍ਰੀ ਨੰਬਰ ਕੰਸੈਪਟਸ ਆਰ ਇੰਪੋਰਟੈਂਟ ਟੂ ਅੰਡਰਸਟੈਂਡ ਫਰੈਕਸ਼ਨਸ, ਇੰਜੋਏ ਮੈਥਮੈਟਿਕਸ, ਬਿਲਡ ਅਪ ਨੰਬਰ ਕੰਸੈਪਟ ਜਾਂ ਡੂ ਅਰਿਥਮੈਟਿਕ ਆਪਰੇਸ਼ਨਸ। ਠੀਕ ਹੈ ਜੀ, ਸੋ ਜਿਹੜਾ ਇਹਦਾ ਸਹੀ ਆਨਸਰ ਹੈ ਕਿ ਪ੍ਰੀ ਨੰਬਰ ਕੰਸੈਪਟਸ ਆਰ ਇੰਪੋਰਟੈਂਟ ਟੂ ਬਿਲਡ ਅਪ ਨੰਬਰ ਕੰਸੈਪਟਸ। ਠੀਕ ਹੈ ਜੀ, ਆਪਣੇ ਜਿਹੜੇ ਨੰਬਰਸ ਦੇ ਕੰਸੈਪਟ ਉਹਨਾਂ ਨੂੰ ਬਿਲਡ ਕਰਨ ਦੇ ਵਿੱਚ ਜਿਹੜਾ ਹੈ ਪ੍ਰੀ ਨੰਬਰ ਕੰਸੈਪਟ ਜਿਹੜਾ ਇੰਪੋਰਟੈਂਟ ਹੈ। ਠੀਕ ਹੈ ਜੀ, ਸੋ ਆਪਣਾ ਸੀ ਆਪਸ਼ਨ ਜਿਹੜਾ ਬਿਲਕੁਲ ਸਹੀ ਜਵਾਬ ਹੈ। ਅੱਗੇ ਚੱਲਦੇ ਹਾਂ। ਹਾਊ ਕੈਨ ਅ ਟੀਚਰ ਹੈਲਪ ਇਨ ਮੇਕਿੰਗ ਸਟੂਡੈਂਟਸ ਲਰਨ ਟੂ ਜਰਨਲੀ ਐਕਸਪੀਰੀਅੰਸ ਮੈਥਮੈਟਿਕਸ। ਠੀਕ ਹੈ ਕਿ ਇੱਕ ਟੀਚਰ ਕਿਵੇਂ ਹੈਲਪ ਕਰ ਸਕਦਾ ਹੈ ਬੱਚਿਆਂ ਦੀ ਟੂ ਲਰਨ ਜਰਨਲੀ ਐਕਸਪੀਰੀਅੰਸ ਮੈਥਮੈਟਿਕਸ। ਠੀਕ ਹੈ ਜੀ, ਸੋ ਇਹਦੀ ਜਿਹੜੀ ਪਹਿਲੀ ਆਪਸ਼ਨ ਹੈ ਉਹ ਹੈ ਜੀ ਆਈਡੈਂਟੀਫਾਈਂਗ ਕਾਮਨ ਰੂਲਸ, ਕਾਪਿੰਗ, ਜਰਨਲਾਈਜ਼ਿੰਗ ਜਾਂ ਕਾਮਨ ਰੂਲਸ। ਦੇਖੋ ਕਾਪਿੰਗ ਆ ਗਿਆ, ਕਾਪੀ ਤਾਂ ਮਤਲਬ ਇੱਥੋਂ ਸਾਨੂੰ ਪਤਾ ਲੱਗ ਗਿਆ ਇਹ ਆਪਸ਼ਨ ਤਾਂ ਬਿਲਕੁਲ ਗਲਤ ਹੈ, ਪਹਿਲੀ ਆਪਸ਼ਨ ਤਾਂ। ਠੀਕ ਹੈ ਜੀ, ਦੂਸਰੀ 'ਚ ਆ ਰਿਹਾ ਕਹਿੰਦੇ ਆਈਡੈਂਟੀਫਾਈ ਕਾਮਨ ਰੂਲਸ, ਇਨਵੈਸਟੀਗੇਟਿੰਗ, ਜਰਨਲਾਈਜ਼ਿੰਗ, ਕਾਮਨ ਰੂਲ ਜਾਂ ਕਨੈਕਟਿੰਗ ਆਈਡੀਆਜ਼। ਸੀ ਆਪਸ਼ਨ ਹੈ ਕਨੈਕਟਿੰਗ ਆਈਡੀਆਜ਼, ਆਈਡੈਂਟੀਫਾਈ ਕਾਮਨ ਰੂਲ, ਇਨਵੈਸਟੀਗੇਸ਼ਨ, ਜਰਨਲਾਈਜ਼ਿੰਗ, ਕਾਮਨ ਰੂਲ। ਜਾਂ ਡੀ ਆਪਸ਼ਨ ਇਨਵੈਸਟੀਗੇਟਿੰਗ, ਫਾਈਂਡਿੰਗ ਕਾਮਨ ਰੂਲਸ, ਪ੍ਰਜੈਂਟਿੰਗ ਦੈਮ ਇਨ ਫਰੰਟ ਆਫ ਐਵਰੀਵਨ। ਠੀਕ ਹੈ ਜੀ, ਸੋ ਜਿਹੜਾ ਦਾ ਸਹੀ ਆਨਸਰ ਹੈ ਡੀ ਆਪਸ਼ਨ ਹੀ ਹੈ ਕਿ ਪਹਿਲਾਂ ਇਨਵੈਸਟੀਗੇਟ ਕਰਨਾ, ਫਿਰ ਕਾਮਨ ਰੂਲਸ ਅਤੇ ਐਂਡ ਵਿੱਚ ਪ੍ਰਜੈਂਟਿੰਗ ਦੈਮ ਇਨ ਫਰੰਟ ਆਫ ਐਵਰੀਵਨ। ਠੀਕ ਹੈ ਜੀ, ਕਿਉਂਕਿ ਇੱਥੇ ਐਕਸਪੀਰੀਅੰਸ ਦੀ ਗੱਲ ਕੀਤੀ ਹੈ ਜੀ, ਜਰਨਲੀ ਐਕਸਪੀਰੀਅੰਸ। ਠੀਕ ਹੈ, ਸੋ ਪ੍ਰਜੈਂਟਿੰਗ ਦੈਮ ਇਨ ਫਰੰਟ ਆਫ ਐਵਰੀਵਨ। ਅਗਲਾ ਕੁਐਸਚਨ ਦੇਖਦੇ ਹਾਂ ਜੀ। ਥਿੰਕਿੰਗ ਇਜ਼ ਅ ਪ੍ਰੋਸੈਸ ਬੇਸਡ ਔਨ ਲਾਈਫ, ਹੂ ਮੇਡ ਦਿਸ ਸਟੇਟਮੈਂਟ। ਥਿੰਕਿੰਗ ਇਜ਼ ਅ ਪ੍ਰੋਸੈਸ ਬੇਸਡ ਔਨ ਲਾਈਫ, ਹੂ ਮੇਡ ਦਿਸ ਸਟੇਟਮੈਂਟ। ਇਹ ਕਿਹਨੇ ਕਹੀ ਹੈ? ਠੀਕ ਹੈ ਜੀ, ਸੋ ਜਿਹੜਾ ਇਹਦਾ ਸਹੀ ਆਨਸਰ ਹੈ ਕਿ ਥਿੰਕਿੰਗ ਇਜ਼ ਅ ਪ੍ਰੋਸੈਸ ਬੇਸਡ ਔਨ ਲਾਈਫ, ਇਹ ਕਿਹਾ ਹੈ ਜੀ ਆਪਸ਼ਨ ਨੰਬਰ ਬੀ, ਵੈਂਡਲ ਨੇ। ਠੀਕ ਹੈ ਜੀ, ਸੋ ਜਿਹੜਾ ਇਹ ਜਿਹੜੀ ਲਾਈਨ ਹੈ ਇਹ ਵੈਂਡਲ ਨੇ ਕਹੀ ਸੀ। ਅੱਗੇ ਚੱਲਦੇ ਹਾਂ। ਟੂ ਮੋਟੀਵੇਟ ਸਟੂਡੈਂਟਸ ਇਨ ਦਾ ਕਲਾਸ, ਵਿਚ ਵਨ ਆਫ ਦਾ ਫੋਲੋਇੰਗ ਕੈਨ ਬੀ ਪੁੱਟ ਟੂ ਇਫੈਕਟਿਵ ਯੂਜ਼। ਕਿ ਬੱਚਿਆਂ ਨੂੰ ਮੋਟੀਵੇਟ ਕਰਨਾ ਹੋਵੇ ਅਗਰ ਕਲਾਸ ਦੇ ਵਿੱਚ, ਵਿਚ ਵਨ ਆਫ ਦਾ ਫੋਲੋਇੰਗ ਕੈਨ ਬੀ ਪੁੱਟ ਟੂ ਇਫੈਕਟਿਵ ਯੂਜ਼। ਇਫੈਕਟਿਵ ਯੂਜ਼ ਜਿਹੜਾ ਹੈ ਉਹ ਕਿਸ ਚੀਜ਼ ਦਾ ਹੋਵੇਗਾ? ਸੋ ਜਿਹੜੇ ਦਾ ਸਹੀ ਆਨਸਰ ਹੈ ਕਿ ਕਿਹੜਾ ਕੁਝ ਆਪਸ਼ਨਸ ਨੇ ਕਿ ਕ੍ਰਿਟਿਸਿਜ਼ਮ, ਲੀਨੀਅੰਟ ਮਾਰਕਿੰਗ, ਸਟ੍ਰਿਕਟ ਮਾਰਕਿੰਗ ਜਾਂ ਜੈਨੂਅਨ ਪ੍ਰੇਜ਼। ਠੀਕ ਹੈ ਜੀ, ਸੋ ਡੀ ਆਪਸ਼ਨ ਹੈ ਕਿ ਜੈਨੂਅਨ ਪ੍ਰੇਜ਼ ਦੇ ਨਾਲ ਅਸੀਂ ਬੱਚੇ ਨੂੰ ਜਿਹੜਾ ਹੈ ਮੋਟੀਵੇਟ ਕਰ ਸਕਦੇ ਹਾਂ। ਠੀਕ ਹੈ ਜੀ, ਇਫੈਕਟਿਵ ਵੇ ਦੇ ਨਾਲ। ਅਗਲਾ ਕੁਐਸਚਨ, ਦਾ ਮੋਸਟ ਇਫੈਕਟਿਵ ਵੇ ਆਫ ਟੀਚਿੰਗ ਮੈਥਮੈਟਿਕਸ ਐਟ ਪ੍ਰਾਇਮਰੀ ਲੈਵਲ। ਠੀਕ ਹੈ ਜੀ, ਪ੍ਰਾਇਮਰੀ ਲੈਵਲ 'ਤੇ ਅਸੀਂ ਜਿਹੜਾ ਹੈ ਮੈਥਮੈਟਿਕਸ ਇਫੈਕਟਿਵ ਵੇ ਨਾਲ ਕਿਵੇਂ ਪੜ੍ਹਾ ਸਕਦੇ ਹਾਂ? ਠੀਕ ਹੈ ਜੀ, ਸੋ ਇਹਦਾ ਜਿਹੜਾ ਪਹਿਲਾ ਆਪਸ਼ਨ ਹੈ ਉਹ ਹੈ ਜੀ ਟੂ ਫੋਲੋ ਬਲੈਕ ਬੋਰਡ ਇੰਸਟਰਕਸ਼ਨਸ, ਟੂ ਡੂ ਲੋਟਸ ਆਫ ਪ੍ਰੈਕਟਿਸ, ਟੂ ਯੂਜ਼ ਹੈਂਡਸ ਔਨ ਐਂਡ ਮੈਨੀਪੂਲੇਟਿਵ ਜਾਂ ਟੂ ਮੈਮੋਰਾਈਜ਼ ਟੇਬਲਸ। ਠੀਕ ਹੈ ਜੀ, ਸੋ ਦੇਖੋ ਆਪਾਂ ਛੋਟੇ ਬੱਚੇ ਹੈ ਪ੍ਰਾਇਮਰੀ ਲੈਵਲ ਦੇ, ਉਹਨਾਂ ਨੂੰ ਇਫੈਕਟਿਵ ਵੇ ਨਾਲ ਕਿਵੇਂ ਸਮਝਾਵਾਂਗੇ? ਦੇਖੋ ਬਲੈਕ ਬੋਰਡ ਇੰਸਟਰਕਸ਼ਨਸ ਨਾਲ ਤਾਂ ਨਹੀਂ ਸਮਝਾ ਪਾਵਾਂਗੇ, ਉਹਨਾਂ ਨੂੰ ਇਹ ਵੀ ਨਹੀਂ ਕਹਾਂਗੇ ਪ੍ਰੈਕਟਿਸ ਕਰੋ, ਉਹਨਾਂ ਨੂੰ ਟੇਬਲਸ ਮੈਮੋਰਾਈਜ਼ ਵੀ ਨਹੀਂ, ਰੱਟਾ ਵੀ ਨਹੀਂ ਲਗਾਵਾਂਗੇ। ਸੋ ਸੀ ਆਪਸ਼ਨ ਬਿਲਕੁਲ ਸਹੀ ਹੈ, ਟੂ ਯੂਜ਼ ਹੈਂਡਸ ਔਨ ਐਂਡ ਮੈਨੀਪੂਲੇਟਿਵ। ਠੀਕ ਹੈ ਜੀ, ਸੋ ਅੱਗੇ ਚੱਲਦੇ ਹਾਂ। 14th ਕੁਐਸਚਨ, which one of the following is the best method for teaching geometrical theorems at secondary level school? ਠੀਕ ਹੈ ਜੀ, ਕੀ ਕਹਿੰਦੇ ਆ ਜੀ? ਕਹਿੰਦੇ ਕਿ ਇਹਨਾਂ 'ਚੋਂ ਕਿਹੜਾ ਬੈਸਟ ਮੈਥਡ ਹੈ ਫॉर ਟੀਚਿੰਗ ਜਿਓਮੈਟਰੀਕਲ ਥਿਊਰਮ ਐਟ ਸੈਕੰਡਰੀ ਲੈਵਲ। ਹੁਣ ਦੇਖੋ ਲੈਵਲ ਥੋੜ੍ਹਾ ਜਿਹਾ ਵੱਧ ਗਿਆ, ਸੈਕੰਡਰੀ ਲੈਵਲ ਦੇ ਬੱਚੇ ਆ ਗਏ, ਕਿੱਦਾਂ ਪੜ੍ਹਾ ਸਕਦੇ ਹਾਂ ਜੀ? ਲੈਕਚਰ ਮੈਥਡ ਨਾਲ, ਲੈਬੋਰਟਰੀ ਮੈਥਡ ਨਾਲ, ਐਨਾਲਾਈਟਿਕ ਸਿੰਥੈਟਿਕ ਮੈਥਡ ਜਾਂ ਟ੍ਰਡੀਸ਼ਨਲ ਮੈਥਡ।
ਸੋ ਜਿਹੜੇ ਵੱਡੇ ਬੱਚੇ ਆ ਉਹਨਾਂ ਨੂੰ ਆਪਾਂ ਲੈਕਚਰ ਮੈਥਡ ਨਾਲ ਇਹ ਕਰਵਾ ਸਕਦੇ ਹਾਂ, ਠੀਕ ਹੈ ਜੀ। ਸੋ ਸਹੀ ਆਪਸ਼ਨ ਇੱਕ ਹੈ ਜੀ ਆਪਸ਼ਨ ਨੰਬਰ ਏ, ਲੈਕਚਰ ਮੈਥਡ। ਅਗਲਾ ਕੁਐਸਚਨ ਦੇਖਦੇ ਆ ਜੀ, ਦ ਪਰਪਸ ਆਫ ਗਿਵਿੰਗ ਹੋਮਵਰਕ ਟੂ ਸਟੂਡੈਂਟਸ ਇਜ਼, ਠੀਕ ਹੈ, ਬੱਚਿਆਂ ਨੂੰ ਜਿਹੜਾ ਅਸੀਂ ਹੋਮਵਰਕ ਦਿੰਦੇ ਹਾਂ ਉਹਦਾ ਪਰਪਸ ਜਿਹੜਾ ਹੈ ਉਹ ਕੀ ਹੁੰਦਾ ਹੈ ਕਿ ਟੂ ਅਵੋਇਡ ਵਰਕ ਲੋਡ ਆਫ ਅ ਟੀਚਰ, ਜਾਂ ਟੂ ਫਾਈਂਡ ਆਊਟ ਚਿਲਡਰਨਸ growth by parents, ਜਾਂ ਇਟ ਹੈਲਪਸ ਦਾ ਸਟੂਡੈਂਟ ਇਨ ਅੰਡਰਸਟੈਂਡਿੰਗ ਦਾ ਕੰਸੈਪਟ ਬੈਟਰ, ਜਾਂ ਟੂ ਡਿਸਿਪਲਿਨ ਦਾ ਸਟੂਡੈਂਟ, ਠੀਕ ਹੈ ਜੀ। ਸੋ ਜਿਹੜਾ ਜ਼ਿਆਦਾ ਸਹੀ ਆਨਸਰ ਹੈ ਜੀ ਸੀ ਆਪਸ਼ਨ, ਕਿ ਇਟ ਹੈਲਪਸ ਦਾ ਸਟੂਡੈਂਟ ਟੂ ਅੰਡਰਸਟੈਂਡਿੰਗ ਦਾ ਕੰਸੈਪਟ ਬੈਟਰ, ਤਾਂ ਕਿ ਇੱਕ ਵਾਰ ਸਕੂਲ 'ਚ ਪੜ੍ਹ ਕੇ ਬੱਚੇ ਘਰ ਜਾ ਕੇ ਜਿਹੜਾ ਹੈ ਐਜ਼ ਅ ਹੋਮਵਰਕ ਜੋ ਉਹਨਾਂ ਨੂੰ ਕੰਮ ਮਿਲਿਆ ਉਹਨੂੰ ਇੱਕ ਵਾਰ ਉਹ 'ਤੇ ਨਿਗਾਹ ਮਾਰਨ, ਤਾਂ ਕਿ ਉਹ ਜਿਹੜੇ ਕੰਸੈਪਟ ਨੂੰ ਅੰਡਰਸਟੈਂਡ ਕਰ ਜਾਣ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, ਮੈਥਮੈਟਿਕਸ ਐਟ ਪ੍ਰਾਇਮਰੀ ਲੈਵਲ ਮਸਟ ਫੋਕਸ ਔਨ, ਪ੍ਰਾਇਮਰੀ ਲੈਵਲ 'ਤੇ ਜਿਹੜਾ ਮੈਥਮੈਟਿਕਸ ਹੈ ਉਹ ਫੋਕਸ ਉਹਨਾਂ ਦਾ ਕਿਤੇ ਹੋਣਾ ਚਾਹੀਦਾ ਹੈ। ਇਹ ਆਪਸ਼ਨ ਕਿ ਐਕਸਪੀਰੀਅੰਸ ਐਬਸਟਰੈਕਟ ਮੈਥਮੈਟੀਕਲ ਕੰਸੈਪਟ ਐਟ ਕੰਕਰੀਟ ਲੈਵਲ, ਜਾਂ ਬਿਲਡਿੰਗ ਅਪ ਐਬਸਟਰੈਕਟ ਲੈਵਲ, ਲਰਨਿੰਗ ਮੈਥਮੈਟੀਕਲ ਸਿੰਬਲ ਐਂਡ ਨੋਟੇਸ਼ਨ, ਜਾਂ ਪਰਫੋਰਮਿੰਗ ਮੈਥਮੈਟੀਕਲ ਆਪਰੇਸ਼ਨਸ, ਠੀਕ ਹੈ ਜੀ। ਪ੍ਰਾਇਮਰੀ ਲੈਵਲ 'ਤੇ ਅਸੀਂ ਕੀ ਕਰਾਂਗੇ, ਇਹਦਾ ਆਪਸ਼ਨ ਹੈ ਜੀ ਇਹ ਆਪਸ਼ਨ ਸਹੀ ਹੈ ਕਿ ਐਕਸਪੀਰੀਅੰਸਿੰਗ ਐਬਸਟਰੈਕਟ ਮੈਥਮੈਟੀਕਲ ਕੰਸੈਪਟਸ ਐਟ ਕੌਨਕਰੀਟ ਲੈਵਲ, ਠੀਕ ਹੈ ਜੀ। ਸੋ 17th ਕੁਐਸਚਨ ਦੇਖਦੇ ਹਾਂ ਕਿ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨੋਟ ਅ ਵੈਲਿਊ ਆਫ ਟੀਚਿੰਗ ਮੈਥਮੈਟਿਕਸ, ਠੀਕ ਹੈ ਜੀ। ਕੀ ਕਹਿ ਰਿਹਾ ਕਿ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨੋਟ ਅ ਵੈਲਿਊ ਆਫ ਟੀਚਿੰਗ ਮੈਥਮੈਟਿਕਸ, ਠੀਕ ਹੈ ਜੀ। ਪਹਿਲਾ ਹੈ ਕਿ ਯੂਟਿਲਿਟੇਰੀਅਨ ਵੈਲਿਊ, ਡਿਸਿਪਲਿਨਰੀ ਵੈਲਿਊ, ਇੰਟਲੈਕਚੁਅਲ ਵੈਲਿਊ, ਜਾਂ ਰਿਲੀਜੀਅਸ ਵੈਲਿਊ। ਸੋ ਦੇਖੋ ਇਹਦੇ 'ਚੋਂ ਇੱਕ ਅਨਕੋਮਨ ਜਾਂ ਅਨਲਾਈਕ ਕਿਹੜਾ ਹੈ ਜੀ, ਆਪਸ਼ਨ ਨੰਬਰ ਡੀ। ਮੈਥ ਦੇ ਵਿੱਚ ਜੀ ਰਿਲੀਜੀਅਸ ਵੈਲਿਊ ਦਾ ਜਿਹੜਾ ਕੋਈ ਮਤਲਬ ਨਹੀਂ ਹੈ, ਠੀਕ ਹੈ ਜੀ। ਸੋ ਆਨਸਰ ਜਿਹੜਾ ਹੈ ਡੀ ਸਹੀ ਹੈ। 18th ਕੁਐਸਚਨ ਹੈ ਜੀ, ਸਕਸੈਸ ਇਨ ਡਿਵੈਲਪਿੰਗ ਵੈਲਿਊਜ਼ ਇਨ ਇਜ਼ ਮੇਨਲੀ ਡਿਪੈਂਡ ਅਪੋਨ, ਠੀਕ ਹੈ ਜੀ। ਸਕਸੈਸ ਇਜ਼ ਡਿਵੈਲਪਿੰਗ ਵੈਲਿਊਜ਼ ਇਜ਼ ਮੇਨਲੀ ਡਿਪੈਂਡ ਅਪੋਨ, ਗਵਰਨਮੈਂਟ 'ਤੇ ਡਿਪੈਂਡ ਹੈ ਜੀ ਸਕਸੈਸ ਜਿਹੜਾ, ਸੁਸਾਇਟੀ 'ਤੇ, ਫੈਮਿਲੀ 'ਤੇ, ਜਾਂ ਟੀਚਰ 'ਤੇ। ਸੋ ਜਿਹੜੇ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਨੰਬਰ ਡੀ, ਟੀਚਰ, ਠੀਕ ਹੈ ਜੀ। ਸੋ ਜਿਹੜਾ ਟੀਚਰ 'ਤੇ ਜਿਹੜਾ ਹੈ ਕਾਫੀ ਕੁਛ ਡਿਪੈਂਡ ਹੁੰਦਾ ਹੈ ਕਿ ਬੱਚਿਆਂ ਦੀ ਜਿਹੜੀ ਸਕਸੈਸ ਹੈ ਉਹ ਟੀਚਰਸ 'ਤੇ ਡਿਪੈਂਡ ਜਿਹੜੀ ਹੈ ਹੁੰਦੀ ਹੈ, ਠੀਕ ਹੈ ਜੀ। ਸੋ ਅਗਲਾ ਕੁਐਸਚਨ ਹੈ ਕਿ ਵਨ ਆਫ ਦਾ ਸਟੂਡੈਂਟਸ ਆਫ ਅ ਕਲਾਸ ਹਾਰਡਲੀ ਟਾਕ ਇਨ ਦਾ ਕਲਾਸ, ਹਾਊ ਵੁਡ ਯੂ ਐਨਕਰੇਜ ਹਿਮ ਟੂ ਐਕਸਪ੍ਰੈਸ ਹਿਮਸੈਲਫ, ਠੀਕ ਹੈ। ਇੱਕ ਬੱਚਾ ਹੈ ਜੋ ਕਲਾਸ 'ਚ ਹਾਰਡਲੀ ਗੱਲ ਕਰਦਾ ਇੱਕ ਦੂਸਰੇ ਦੇ ਨਾਲ, ਆਪਣੇ ਫਰੈਂਡਸ ਦੇ ਨਾਲ, ਅਤੇ ਅਸੀਂ ਉਹਨੂੰ ਐਨਕਰੇਜ ਕਿਵੇਂ ਕਰਾਂਗੇ, ਬਾਏ ਔਰਗੇਨਾਈਜ਼ਿੰਗ ਡਿਸਕਸ਼ਨਸ, ਜਾਂ ਬਾਏ ਔਰਗੇਨਾਈਜ਼ਿੰਗ ਐਜੂਕੇਸ਼ਨਲ ਗੇਮ ਪ੍ਰੋਗਰਾਮ ਇਨ ਵਿਚ ਚਿਲਡਰਨ ਐਕਸਪ੍ਰੈਸ ਦੈਮਸੈਲਫ ਇਨ ਪ੍ਰੋਪਰ ਵੇ, ਜਾਂ ਬਾਏ ਗਿਵਿੰਗ ਗੁੱਡ ਮਾਰਕਸ ਟੂ ਦੋਜ਼ ਹੂ ਐਕਸਪ੍ਰੈਸ ਦੈਮਸੈਲਫ, ਜਾਂ ਬਾਏ ਐਨਕਰੇਜਿੰਗ ਚਿਲਡਰਨ ਟੂ ਟੇਕ ਪਾਰਟ ਇਨ ਕਲਾਸਰੂਮ ਐਕਟੀਵਿਟੀਜ਼। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਬੀ, ਕਿ ਬਾਏ ਔਰਗੇਨਾਈਜ਼ਿੰਗ ਐਜੂਕੇਸ਼ਨਲ ਗੇਮ ਪ੍ਰੋਗਰਾਮਸ ਇਨ ਵਿਚ ਚਿਲਡਰਨ ਐਕਸਪ੍ਰੈਸ ਦੈਮਸੈਲਫ, ਆਪਣੇ ਆਪ ਨੂੰ ਬੱਚੇ ਜਿਹੜਾ ਹੈ ਐਕਸਪ੍ਰੈਸ ਕਰ ਸਕਣ। ਸੋ 20th ਕੁਐਸਚਨ ਹੈ ਕਿ ਵਿਚ ਆਫ ਦਾ ਫੋਲੋਇੰਗ ਰਿਸੋਰਸ ਮਟੀਰੀਅਲ ਵਿਲ ਯੂ ਯੂਜ਼ ਫॉर ਟੀਚਿੰਗ ਮੈਥਮੈਟਿਕਸ ਐਟ ਪ੍ਰਾਇਮਰੀ ਲੈਵਲ, ਠੀਕ ਹੈ ਜੀ। ਕਹਿੰਦੇ ਆ ਜੀ ਵਿਚ ਆਫ ਦਾ ਫੋਲੋਇੰਗ ਰਿਸੋਰਸ ਮਟੀਰੀਅਲ ਵਿਲ ਯੂ ਯੂਜ਼ ਫॉर ਟੀਚਿੰਗ ਮੈਥਮੈਟਿਕਸ ਐਟ ਪ੍ਰਾਇਮਰੀ ਲੈਵਲ, ਅਸੀਂ ਕਿੱਦਾਂ ਦੇ ਮਟੀਰੀਅਲ ਯੂਜ਼ ਕਰਾਂਗੇ ਛੋਟੇ ਬੱਚਿਆਂ ਨੂੰ ਪੜ੍ਹਾਉਣ ਲਈ ਜਿਹੜੇ ਕਿ ਪ੍ਰਾਇਮਰੀ ਦੇ ਵਿੱਚ ਨੇ, ਠੀਕ ਹੈ ਜੀ। ਸੋ ਪਹਿਲੇ ਆਪਸ਼ਨ ਹੈ ਕਿ ਵੀਡੀਓਜ਼ ਬਾਏ ਐਕਸਪਰਟ, ਦੇਖੋ ਬੱਚਿਆਂ ਨੂੰ ਵੀਡੀਓਜ਼ ਨੂੰ ਅਸੀਂ ਨਹੀਂ ਕਰਾ ਸਕਦੇ ਛੋਟਿਆਂ ਨੂੰ, ਰੈਫਰੈਂਸ ਬੁੱਕ ਵੀ ਨਹੀਂ ਅਸੀਂ ਦੇ ਸਕਦੇ, ਟੈਕਸਟ ਬੁੱਕ ਵੀ ਨਹੀਂ ਅਸੀਂ ਉਹਨਾਂ ਨੂੰ ਦੇ ਸਕਦੇ। ਸੋ ਸਹੀ ਆਪਸ਼ਨ ਕੀ ਹੈ ਕਿ ਉਹਨਾਂ ਨੂੰ ਪਿਕਚਰਸ ਮਟੀਰੀਅਲ ਦੇ ਨਾਲ, ਲਾਈਕ ਫਲੈਸ਼ ਕਾਰਡਸ ਹੋ ਗਏ, ਜਾਂ ਮੋਡਲਸ ਹੋ ਗਏ, ਠੀਕ ਹੈ, ਜਾਂ ਅਸੀਂ ਚਾਰਟਸ ਕਹਿ ਲਈਏ, ਠੀਕ ਹੈ ਜੀ। ਸੋ ਇਹਨਾਂ ਦੇ ਨਾਲ ਅਸੀਂ ਬੱਚਿਆਂ ਨੂੰ ਜਿਹੜਾ ਹੈ ਜ਼ਿਆਦਾ ਇਫੈਕਟਿਵ ਵੇ ਨਾਲ ਸਮਝਾ ਸਕਦੇ ਹਾਂ, ਠੀਕ ਹੈ ਜੀ, ਪ੍ਰਾਇਮਰੀ ਬੱਚਿਆਂ ਨੂੰ, ਠੀਕ ਹੈ।
सो 21 क्वेश्चन जोड़ा है कि है जी वी मूव फ्रॉम अननोन टू नोन, ठीक है, इन विच मैथड, कि असी अननोन टू नोन जाने अज्ञात तो ज्ञात वाल, ठीक है। सो ਉਹਦਾ ਜਿਹੜਾ ਇਹਦਾ सही आंसर है ਇਹ है जी बी एनालाइसिस, ठीक है। एनालाइसिस ਅਸੀਂ ਕੀ ਕਰਦੇ ਹਾਂ, ਅਸੀਂ ਪਾਰਟਸ ਦੇ ਵਿੱਚ ਚੀਜ਼ਾਂ ਨੂੰ ਡਿਵਾਈਡ ਕਰਦੇ ਹਾਂ। ਸਾਡੇ ਕੋਲ ਕੋਈ ਅਨਨੋਨ ਇਨਫੋਰਮੇਸ਼ਨ ਹੈ ਅਤੇ ਅਸੀਂ ਅਗਰ ਉਸ ਦੀ ਜੜ ਤੱਕ ਜਾਣਾ ਹੈ, ਅਸੀਂ ਕੀ ਕਰਾਂਗੇ, ਉਹਨੂੰ ਬ੍ਰੇਕ ਡਾਊਨ ਕਰਾਂਗੇ, ਐਨਾਲਾਈਸਿਸ ਕਰਾਂਗੇ ਉਹਦਾ, ਠੀਕ ਹੈ ਜੀ। ਸੋ ਜਿਹੜਾ ਅਗਲਾ ਕੁਐਸਚਨ ਹੈ ਉਹ ਹੈ ਜੀ ਚਿਲਡਰਨ ਲਰਨ ਟੂ ਇੰਜੋਏ ਮੈਥਮੈਟਿਕਸ ਇਫ, ਠੀਕ ਹੈ, ਬੱਚੇ ਜਿਹੜੇ ਹੈ ਮੈਥਮੈਟਿਕਸ ਇੰਜੋਏ ਕਰਨਗੇ ਜੇਕਰ ਕਰੀਕੂਲਮ ਇਜ਼ ਲੈਸ, ਠੀਕ ਹੈ, ਕਰੀਕੂਲਮ ਜਿਹੜਾ ਲੈਸ ਹੋਵੇਗਾ, ਜਾਂ ਐਕਟੀਵਿਟੀ ਬੇਸਡ ਟੀਚਿੰਗ ਇਜ਼ ਡਨ ਇਨ ਦ ਕਲਾਸ, ਜਾਂ ਓਪਨ ਬੁੱਕ ਐਗਜ਼ਾਮੀਨੇਸ਼ਨ ਇਜ਼ ਇੰਟਰੋਡਿਊਸ, ਜਾਂ ਆਲ ਆਫ ਦ ਅਬਵ, ਠੀਕ ਹੈ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਆਪਸ਼ਨ ਨੰਬਰ बी, एक्टिविटी बेस्ड टीचिंग इज डन इन द क्लास, ठीक है जी। सो अगला क्वेश्चन देखते हैं 23rd, विच इज़ द मोस्ट इम्पॉर्टेंट रीज़न फॉर अ मैथ टीचर टू एनरोल हर सेल्फ इन अ साइंटिफिक बॉडी या ऑर्गेनाइजेशन, ठीक है, किहड़ा इंपॉर्टेंट रीज़न है एक मैथ टीचर ਲਈ टू एनरोल हर सैल्फ इन साइंटिफिक बॉडी या किसी भी ऑर्गेनाइजेशन ਦੇ ਵਿੱਚ। ਇਹ ऑप्शन है जी टू बी अपडेटेड विद द लीस्ट रिसर्च एंड ट्रेंड्स इन द फील्ड ऑफ मैथमेटिक्स, या टू मेक एन इंप्रैशन ऑन स्कूल एडमिनिस्ट्रेशन, कि वो अपने ਜਿਹੜਾ ਸਕੂਲ ਦਾ ਐਡਮਿਨਿਸਟ੍ਰੇਸ਼ਨ ਹੈ ਉਹਦੇ 'ਤੇ ਪ੍ਰਭਾਵ ਪਾਵੇ ਆਪਣਾ। to have international linkage in the field of mathematics and to have quick promotions। ਸੋ ਦੇਖੋ ਇਹਦਾ ਸਹੀ ਆਨਸਰ ਹੈ ਆਪਸ਼ਨ ਨੰਬਰ ਏ, ਕਿ ਉਹ ਉਹਨੂੰ ਅਪਡੇਟਡ ਰਹਿਣਾ ਪਵੇਗਾ, ਠੀਕ ਹੈ, ਵਿਦ ਲੇਟੈਸਟ ਰਿਸਰਚ ਦੇ ਨਾਲ, ਠੀਕ ਹੈ, ਇਨ ਦਾ ਫੀਲਡ ਆਫ ਮੈਥਮੈਟਿਕਸ। ਇਹਦੇ ਨਾਲ ਹੀ ਜਿਹੜਾ ਉਹ ਆਪਣੇ ਆਪ ਨੂੰ ਜਿਹੜਾ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਉਹ ਵਧੀਆ ਕਰ ਸਕੇਗਾ, ਠੀਕ ਹੈ ਜੀ। ਮੀਨਿੰਗ ਆਫ ਦਾ ਵਰਡ ਹਿਊਰਿਸਕੋ इज़, ठीक है जी। अगला क्वेश्चन है जी मीनिंग ऑफ द वर्ड ਹਿਊਰਿਸਕੋ इज़। सो ਇਹਦਾ ਜਿਹੜਾ ਸਹੀ ਆਨਸਰ ਹੈ ਕੀ ਹੈ ਜੀ, ਟੂ ਡਿਸਕਵਰ, ਟੂ ਲਰਨ, ਟੂ ਥਿੰਕ, ਜਾਂ ਟੂ ਨੋ। ਸੋ ਜਿਹੜਾ ਇਹਦਾ ਸਹੀ ਆਨਸਰ ਆਪਸ਼ਨ ਨੰਬਰ ਏ ਹੈ ਜੀ, ਟੂ ਡਿਸਕਵਰ, ਠੀਕ ਹੈ ਜੀ। ਇਹ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਦਾ ਪ੍ਰੋਜੈਕਟ ਮੈਥਡ ਆਫ ਟੀਚਿੰਗ ਵਾਜ਼ ਡਿਵੈਲਪਡ ਬਾਏ। ਦੇਖੋ ਜਿਹੜਾ ਪ੍ਰੋਜੈਕਟ ਮੈਥਡ ਹੈ ਟੀਚਿੰਗ ਦਾ ਡਿਵੈਲਪਡ ਬਾਏ, ਕਿਹਨੇ ਡਿਵੈਲਪ ਜਿਹੜਾ ਕੀਤਾ ਸੀਗਾ। ਸੋ ਜਿਹੜੇ ਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਡੀ, ਕਿਲਪੈਟਰਿਕ, ਠੀਕ ਹੈ। ਇਹਨਾਂ ਨੇ ਸਾਨੂੰ ਜਿਹੜਾ ਆ ਪ੍ਰੋਜੈਕਟ ਮੈਥਡ ਜਿਹੜਾ ਹੈ ਇਹਨਾਂ ਦੁਆਰਾ ਡਿਵੈਲਪ ਜਿਹੜਾ ਕੀਤਾ ਗਿਆ ਸੀ, ਠੀਕ ਹੈ ਜੀ। ਸੋ ਅਗਲਾ ਕੁਐਸਚਨ ਹੈ ਸਾਇੰਟੀਫਿਕ ਇਵੈਲੂਏਸ਼ਨ ਪ੍ਰੋਸੀਜਰ ਫॉर मैथमेटिक्स स्टूडेंट इज़ बेस्ड ऑन, ठीक है, ਜਿਹੜੀ ਸਾਇੰਟੀਫਿਕ ਇਵੈਲੂਏਸ਼ਨ ਪ੍ਰੋਸੀਜਰ ਫॉर मैथमेटिक्स स्टूडेंट बेस ਕਿਹਦੇ 'ਤੇ ਆ, ਕਿ ਏ ਆਪਸ਼ਨ ऑब्जेक्टिव टाइप क्वेश्चन, ਜਾਂ बी ਐਸੇ टाइप, सी ऑरल टेस्टिंग, या डी ऑल ऑफ अबव, ਜਾਂ ऑल ऑफ दीज, ठीक है। ਸਾਇੰਟੀਫਿਕ ਇਵੈਲੂਏਸ਼ਨ ਪ੍ਰੋਸੀਜਰ, ਠੀਕ ਹੈ। ਸੋ ਦੇਖੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਜੀ ਆਪਸ਼ਨ ਨੰਬਰ ਡੀ। ਇਹਦੇ ਵਿੱਚ ਤਿੰਨੋਂ ਦੀਆਂ ਜਿਹੜੀਆਂ ऑब्जेक्टिव ਐਸੇ ਔਰ ਔਰਲ ਟੈਸਟਿੰਗ ਇਹਦੇ ਵਿੱਚ ਆਉਂਦੀਆਂ ਨੇ, ਠੀਕ ਹੈ ਜੀ। ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ ਦਾ ਮੇਨ ਏਮਸ ਆਫ ਆਸਕਿੰਗ ਕੁਐਸਚਨਸ ਇਨ ਦਾ ਕਲਾਸਰੂਮ ਦੇ ਵਿੱਚ ਕੁਐਸਚਨਸ ਜਿਹੜੇ ਪੁੱਛਣੇ ਟੀਚਰ ਦੁਆਰਾ ਉਹ ਕਿਉਂ, ਉਹਦਾ ਮੇਨ ਏਮ ਕੀ ਆ, ਉਦੇਸ਼ ਕੀ ਆ। to create interest and curiosity in students, to motivate the students, या to test the knowledge about the topics already taught, ठीक है जी। सो या डी ऑप्शन है ए बी सी तीनों। सो ਜਿਹੜਾ ਇਹਦਾ ਜਿਹੜਾ ਸਹੀ ਆਪਸ਼ਨ ਹੈ ਉਹ ਹੈ ਜੀ ਆਪਸ਼ਨ ਨੰਬਰ ਡੀ, ਕਿ ਬਿਲਕੁਲ ਉੱਪਰਲੇ ਤਿੰਨੋਂ। ਉਹਨਾਂ ਦਾ ਮੋਟਿਵ ਇਹੀ ਹੈ ਕਿ ਬੱਚਿਆਂ ਅੰਦਰ ਇੰਟਰਸਟ ਪੈਦਾ ਕੀਤਾ ਜਾਵੇ, ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ, ਜਾਂ ਉਹਨਾਂ ਦੀ ਜਿਹੜੀ ਨੌਲੇਜ ਆ ਟੂ ਟੈਸਟ ਦਾ ਨੌਲੇਜ ਅਬਾਊਟ ਟੋਪਿਕ ਆਲਰੇਡੀ ਟੌਟ, ਜੋ ਟੋਪਿਕ ਪੜ੍ਹਾ ਚੁੱਕੇ ਆ ਉਹਨਾਂ ਦਾ ਇੱਕ ਟੈਸਟ ਵੀ ਲੈਣਾ, ਠੀਕ ਹੈ। ਇਹੀ ਜਿਹੜਾ ਹੈ ਕੁਐਸਚਨਸ ਦਾ ਜਿਹੜਾ ਮੀਨਿੰਗ ਹੁੰਦਾ ਹੈ ਪੁੱਛਣ ਦਾ, ਠੀਕ ਹੈ ਜੀ। ਇੰਡੀਵਿਜੂਅਲ ਅਟੈਂਸ਼ਨ ਕੈਨੋਟ ਬੀ ਪੇਡ
ਟੂ ਸਟੂਡੈਂਟ ਡਿਊ ਟੂ, ਜਿਹੜਾ ਇਕੱਲੇ ਇਕੱਲੇ ਬੱਚੇ ਦੇ ਉੱਤੇ ਜਿਹੜਾ ਪ੍ਰੋਪਰ ਧਿਆਨ ਦੇਣਾ, ਠੀਕ ਹੈ ਜੀ। ਦਾ ਇੰਡੀਵਿਜੂਅਲ ਜਿਹੜਾ ਹੈ ਇੰਟੈਂਸ਼ਨ ਜਿਹੜਾ ਹੈ ਬੱਚਿਆਂ 'ਤੇ ਦੇਣਾ, ਉਹ ਕਹਿੰਦੇ ਅਸੀਂ ਨਹੀਂ ਦੇ ਪਾਉਂਦੇ, ਠੀਕ ਹੈ। ਉਹਦਾ ਕਾਰਨ ਕੀ ਹੈ? ਏ ਆਪਸ਼ਨ ਕਿ ਲਾਰਜ ਕਲਾਸਾਂ ਦਾ ਜਿਹੜਾ ਸਾਈਜ਼ ਹੈ ਉਹ ਬਹੁਤ ਵੱਧ ਚੁੱਕਾ ਹੈ, ਜਾਂ ਟੀਚਰਸ ਬਰਡਨ, ਟੀਚਰਾਂ 'ਤੇ ਬਰਡਨ ਹੈ, ਸਿਲੇਬਸ ਜਾਂ ਲੋ ਸੈਲਰੀ ਆਫ ਟੀਚਰਸ। ਸੋ ਦੇਖੋ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਏ, ਲਾਰਜ ਕਲਾਸਿਸ। ਅੱਜ ਕੱਲ੍ਹ ਕਲਾਸਿਸ ਦੀਆਂ ਲਾਰਜ ਇੰਨੀਆਂ ਨੇ ਕਿ ਇੱਕ ਇੱਕ ਕਲਾਸ ਦੇ ਵਿੱਚ ਅਸੀਂ ਕਈ ਵਾਰ ਦੇਖਦੇ ਹਾਂ ਕਿ 50 ਜਾਂ 60 ਬੱਚੇ ਹੁੰਦੇ ਨੇ, ਤਾਂ ਇੱਕ ਇੱਕ ਬੱਚੇ ਦੇ ਉੱਤੇ ਜਿਹੜਾ ਹੈ ਬੱਚੇ ਦੇ ਧਿਆਨ ਦੇਣ ਜਿਹੜਾ ਬੜਾ ਮੁਸ਼ਕਿਲ ਹੈ। ਹਾਲਾਂਕਿ ਸੈਕਸ਼ਨਸ ਵੀ ਬਣ ਚੁੱਕੇ ਨੇ, ਪਰ ਫਿਰ ਵੀ ਇੱਕ ਇੱਕ ਸੈਕਸ਼ਨਸ ਦੇ ਵਿੱਚ ਅਗਰ 40 50 ਬੱਚੇ ਹੋਣ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ, ਠੀਕ ਹੈ ਜੀ। ਸੋ ਇਹ ਆਪਸ਼ਨ ਸਹੀ ਸੀ ਆਪਣਾ। ਅਗਲਾ ਕੁਐਸਚਨ ਦੇਖਦੇ ਹਾਂ ਜੀ, ਰੈਮੀਡੀਅਲ ਟੀਚਿੰਗ ਇਜ਼ ਯੂਜ਼ਫੁਲ ਇਨ ਫਾਈਂਡਿੰਗ, ਠੀਕ ਹੈ। ਰੈਮੀਡੀਅਲ ਟੀਚਿੰਗ ਇਜ਼ ਯੂਜ਼ਡ ਇਨ ਫਾਈਂਡਿੰਗ ਕਾਹਦੇ ਲਈ ਯੂਜ਼ ਹੁੰਦੀ ਆ? ਸਟਰੈਂਥ ਆਫ ਚਾਈਲਡ, ਠੀਕ ਹੈ, ਬੱਚਿਆਂ ਦੀ ਸਟਰੈਂਥ ਫਾਈਂਡ ਕਰਨ ਲਈ, ਡਿਫੀਕਲਟੀ ਫਾਈਂਡ ਕਰਨ ਲਈ, ਉਹਨਾਂ ਦੀ ਵੀਕਨੈਸ ਫਾਈਂਡ ਕਰਨ ਲਈ, ਜਾਂ ਬਰਡਨ ਔਨ ਚਾਈਲਡ। ਸੋ ਜਿਹੜਾ ਦਾ ਸਹੀ ਆਪਸ਼ਨ ਹੈ ਸੀ, ਜਿਹੜੀ ਰੈਮੀਡੀਅਲ ਟੀਚਿੰਗ ਹੁੰਦੀ ਹੈ ਇਹ ਵੀਕਨੈਸ ਬੱਚੇ ਦੀ ਦੇਖਦੀ ਹੈ ਕਿ ਬੱਚਾ ਕਿਸ ਹਿੱਸੇ ਦੇ ਵਿੱਚ ਜਿਹੜਾ ਹੈ, ਜਾਂ ਬੱਚਾ ਪੜ੍ਹ ਰਿਹਾ ਹੈ ਤਾਂ ਉਹਨੂੰ ਕਿਸ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਠੀਕ ਹੈ ਜੀ। ਅਗਲਾ ਕੁਐਸਚਨ ਹੈ, ਪ੍ਰੋਬਲਮ ਇਨ ਟੀਚਿੰਗ ਮੈਥਮੈਟਿਕਸ ਅਸ ਡਿਊ ਟੂ, ਠੀਕ ਹੈ ਜੀ। ਪ੍ਰੋਬਲਮ ਇਨ ਟੀਚਿੰਗ ਮੈਥਮੈਟਿਕ ਇਜ਼ ਆਉਣਾ, ਸੌਰੀ ਇੱਥੇ ਆਉਣਾ ਸੀਗਾ ਇਜ਼, ਠੀਕ ਹੈ। ਪ੍ਰੋਬਲਮ ਇਨ ਟੀਚਿੰਗ ਮੈਥਮੈਟਿਕਸ ਇਜ਼ ਡਿਊ ਟੂ ਲਾਰਜ ਕਲਾਸ, ਟੀਚਰ ਐਟੀਟਿਊਡ, ਟੀਚਰ ਕੁਆਲੀਫਿਕੇਸ਼ਨ, ਜਾਂ ਹੈਵੀ ਮੈਥਮੈਟਿਕਸ ਸਿਲੇਬਸ। ਜਿਹੜੀ ਕਹਿੰਦੇ ਪ੍ਰੋਬਲਮ ਆ ਕਿ ਟੀਚਿੰਗ ਮੈਥਮੈਟਿਕਸ ਉਹ ਕਾਹਦੇ ਵਿੱਚ ਹੈ? ਲਾਰਜ ਕਲਾਸਿਸ ਦੇ ਵਿੱਚ ਹੈ। ਦੇਖੋ ਅਗਰ ਕੋਈ ਟੀਚਰ ਪੜ੍ਹਾਉਣ 'ਚ ਵਧੀਆ ਹੈ ਤਾਂ ਉਹਦੇ ਲਈ ਜਿਹੜੀ ਹੈ ਲਾਰਜ ਕਲਾਸਿਸ ਵੀ ਜਿਹੜੀ ਹੈ ਉਹ ਮਾਇਨੇ ਇੰਨੀ ਨਹੀਂ ਰੱਖਦੀ, ਠੀਕ ਹੈ। ਉਹ ਲਾਰਜ ਕਲਾਸਿਸ ਨੂੰ ਵੀ ਬੜਾ ਇਫੈਕਟਿਵ ਵੇ ਨਾਲ ਜਿਹੜਾ ਪੜ੍ਹਾ ਸਕਦਾ ਹੈ, ਠੀਕ ਹੈ ਜੀ। ਬਸ ਗੱਲ ਕੀ ਹੈ ਕਿ ਜਿਹੜਾ ਟੀਚਰ ਦਾ ਜਿਹੜਾ ਐਟੀਟਿਊਡ ਹੈ ਉਹ ਜਿਹੜਾ ਹੈ ਬਿਲਕੁਲ ਸਹੀ ਹੋਣਾ ਚਾਹੀਦਾ ਹੈ, ਵਧੀਆ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਸੋ ਇਹਦਾ ਆਨਸਰ ਵੀ ਇਹੀ ਆਪਸ਼ਨ ਨੰਬਰ ਬੀ, ਟੀਚਰ ਐਟੀਟਿਊਡ, ਠੀਕ ਹੈ ਜੀ। ਸੋ ਅੱਗੇ ਚੱਲਦੇ ਹਾਂ। ਐਬਸੈਂਟਿਜ਼ਮ ਕੈਨ ਬੀ ਸਟੋਪਡ ਬਾਏ, ਠੀਕ ਹੈ ਜੀ। ਸੋ ਦੇਖੋ ਇਹਦਾ ਮਤਲਬ ਕੀ ਹੈ? ਐਬਸੈਂਟੀਇਜ਼ਮ, ਠੀਕ ਹੈ। ਇਹਦਾ ਮਤਲਬ ਕੀ ਹੈ ਕਿ ਕਈ ਵਾਰ ਇੱਦਾਂ ਹੁੰਦਾ ਹੈ ਕਿ ਬੱਚਾ ਜਿਹੜਾ ਹੈ ਕਿਸੇ ਕੰਮ ਤੋਂ, ਜਾਂ ਬੱਚਾ ਕਿਸੇ ਸਟੱਡੀ ਤੋਂ ਜਿਹੜਾ ਦੂਰ ਦੂਰ ਰਹਿਣ ਲੱਗ ਜਾਂਦਾ ਹੈ, ਠੀਕ ਹੈ ਜੀ, ਆਪਣੇ ਕੰਮ ਤੋਂ। ਜਾਂ ਅਸੀਂ ਸਿਰਫ ਬੱਚਿਆਂ ਦੇ ਨਾਲ ਲਾਈਏ, ਕਈ ਹੋਰ ਵੀ ਇਹ ਟਰਮ ਜਿਹੜੀ ਹੈ ਕਈ ਹੋਰਾਂ ਲਈ ਵੀ ਯੂਜ਼ ਹੁੰਦੀ ਹੈ ਕਿ ਬੱਚਾ ਜਿਹੜਾ ਹੈ ਦੂਰ ਦੂਰ ਰਹਿਣ ਲੱਗ ਜਾਂਦਾ ਹੈ ਕੰਮ ਤੋਂ ਜਾਂ ਪੜ੍ਹਾਈ ਤੋਂ, ਠੀਕ ਹੈ। ਉਹ ਕਹਿੰਦੇ ਕਿ ਇਸ ਨੂੰ ਅਸੀਂ ਰੋਕ ਕਿਵੇਂ ਸਕਦੇ ਹਾਂ? ਕਿ ਟੀਚਿੰਗ ਤੋਂ, ਪਨਿਸ਼ਿੰਗ ਦਾ ਸਟੂਡੈਂਟ, ਦੇਖੋ ਇਹ ਨੈਗੇਟਿਵ ਆ ਗਏ ਤਾਂ ਪਹਿਲੀ ਗਲਤ ਹੋ ਗਿਆ, ਬੱਚੇ ਨੂੰ ਪਨਿਸ਼ਮੈਂਟ ਦੇ ਕੇ ਅਸੀਂ ਨਹੀਂ ਕਰ ਸਕਦੇ। ਜਾਂ ਟੈਂਪਟ ਦਾ ਸਟੂਡੈਂਟ ਵਿਦ ਸਵੀਟਸ, ਬੱਚਿਆਂ ਨੂੰ ਕੁਛ ਲਾਲਚ ਦੇ ਕੇ ਮਿਠਾਈ ਵਗੈਰਾ ਦਾ। ਜਾਂ ਕੰਟੈਕਟਿੰਗ ਦਾ ਪੇਰੈਂਟਸ, ਉਹ ਦੇਖੋ ਜਿਹੜਾ ਇਹਦਾ ਬੈਸਟ ਤਰੀਕਾ ਹੈ ਉਹ ਹੈ ਜੀ ਕੰਟੈਕਟਿੰਗ ਦਾ ਪੇਰੈਂਟਸ, ਬੱਚਿਆਂ ਦੇ ਪੇਰੈਂਟਸ ਦੇ ਨਾਲ ਗੱਲ ਕਰਕੇ ਅਸੀਂ ਇਸ ਚੀਜ਼ ਨੂੰ ਥੋੜ੍ਹਾ ਰੋਕ ਸਕਦੇ ਹਾਂ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, ਪ੍ਰੋਬਲਮ ਪੋਜ਼ਿੰਗ ਇਨ ਮੈਥਮੈਟਿਕਸ ਰਿਕੁਆਇਰ, ਕੀ ਪ੍ਰੋਬਲਮ ਜਿਹੜੀ ਆ ਰਹੀ ਹੈ ਕਿ ਬੈਟਰ ਅੰਡਰਸਟੈਂਡਿੰਗ ਆਫ ਦਾ ਕੰਸੈਪਟ ਇਨਵੋਲਵਡ, ਓਰੀਜਨਲ ਐਂਡ ਡਾਈਵਰਸ ਥਿੰਕਿੰਗ, ਇਨ ਡੈਪਥ ਅੰਡਰਸਟੈਂਡਿੰਗ ਆਫ ਦਾ ਸਬਜੈਕਟ, ਜਾਂ ਡੀ ਮੈਮੋਰਾਈਜ਼ਿੰਗ ਅਬਿਲਿਟੀ, ਠੀਕ ਹੈ। ਸੋ ਜਿਹੜੀ ਪ੍ਰੋਬਲਮ ਪੋਜ਼ਿੰਗ ਇਨ ਮੈਥਮੈਟਿਕਸ ਜਿਹੜੀ ਹੈ ਰਿਕੁਆਇਰ, ਇਹਨੂੰ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ? ਓਰੀਜਨਲ ਐਂਡ ਡਾਈਵਰਸ ਥਿੰਕਿੰਗ ਦੀ, ਠੀਕ ਹੈ ਜੀ। ਓਰੀਜਨਲ ਐਂਡ ਡਾਈਵਰਸ ਥਿੰਕਿੰਗ ਦੀ ਜਿਹੜੀ ਜ਼ਰੂਰਤ ਹੈ। ਅਗਲੇ ਕੁਐਸਚਨ ਵੱਲ ਵੜਦੇ ਹਾਂ ਜੀ ਆਪਾਂ। ਹੂ ਸ਼ੋਡ ਦੈਟ ਐਗਜ਼ੈਕਟ ਵੈਲਿਊ ਆਫ ਪਾਈ ਲਾਈ ਬਿਟਵੀਨ 220/7 ਐਂਡ 230/71, ਠੀਕ ਹੈ ਜੀ। ਹੂ ਸ਼ੋਡ ਦਾ ਐਗਜ਼ੈਕਟ ਵੈਲਿਊ, ਕਿਹਨੇ ਐਗਜ਼ੈਕਟ ਵੈਲਿਊ ਜਿਹੜੀ ਪਾਈ ਦੀ, ਜਿਹੜੇ ਮੇ ਕਿ ਅਸੀਂ 22/7 ਅਸੀਂ ਦੇਖਦੇ ਹਾਂ, ਜਾਂ ਅਸੀਂ 3.14, ਠੀਕ ਹੈ, ਇਹ ਕਿਹਨੇ ਮਤਲਬ ਐਗਜ਼ੈਕਟ ਸ਼ੋ ਕੀਤਾ ਸੀ? ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਬੀ, ਆਰਕੀਮਿਡੀਸ, ਠੀਕ ਹੈ ਜੀ। ਸੋ ਅਗਲੇ ਕੁਐਸਚਨ ਵੱਲ ਵੱਧਦੇ ਹਾਂ ਜੀ।
ਵਿਚ ਮੈਥਡ ਇਜ਼ ਬੇਸਡ ਔਨ ਦਾ ਪ੍ਰਿੰਸੀਪਲ ਆਫ ਸੈਲਫ ਐਕਟੀਵਿਟੀ। ਕਿਹੜਾ ਮੈਥਡ ਜਿਹੜਾ ਬੇਸ ਕਰਦਾ ਹੈ ਪ੍ਰਿੰਸੀਪਲ ਆਫ ਸੈਲਫ ਐਕਟੀਵਿਟੀ ਦਾ? ਏ ਪਲੇ ਮੈਥਡ, ਬੀ ਲੈਬੋਰਟਰੀ ਮੈਥਡ, ਸੀ ਅਰਾਈਵਲ ਮੈਥਡ, ਜਾਂ ਆਪਸ਼ਨ ਨੰਬਰ ਸੋਰੀ ਇੱਥੇ ਡੀ ਆਉਣਾ ਸੀ, ਆਪਸ਼ਨ ਨੰਬਰ ਡੀ ਐਨਾਲਾਈਸਿਸ ਮੈਥਡ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਜੀ ਆਪਸ਼ਨ ਨੰਬਰ ਬੀ ਲੈਬੋਰਟਰੀ ਮੈਥਡ, ਜਿਹਦੇ ਵਿੱਚ ਅਸੀਂ ਪ੍ਰਿੰਸੀਪਲ ਆਫ ਸੈਲਫ ਐਕਟੀਵਿਟੀ ਦੀ ਜਿਹਦੀ ਗੱਲ ਕਰਦੇ ਹਾਂ ਉਹ ਲੈਬੋਰਟਰੀ ਮੈਥਡ ਦੇ ਵਿੱਚ ਆਉਂਦਾ ਹੈ ਜੀ। ਠੀਕ ਹੈ ਜੀ। ਸੋ ਅਗਲਾ ਕੁਐਸਚਨ ਹੈ ਜੀ ਮੋਰ ਇਫੈਕਟਿਵ ਟ੍ਰੇਨਿੰਗ ਮੈਥਡ ਇਜ਼, ਮੋਰ ਇਫੈਕਟਿਵ ਜਿਹੜਾ ਟ੍ਰੇਨਿੰਗ ਮੈਥਡ ਉਹ ਕਿਹੜਾ ਹੈ ਜੀ? ਰਿਟਨ, ਇਨਡਾਇਰੈਕਟ, ਡਾਇਰੈਕਟ ਜਾਂ ਡਾਇਰੈਕਟ ਐਕਸਪੀਰੀਅੰਸ ਮਟੀਰੀਅਲ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਕੀ ਹੈ ਜੀ? ਇਹਦਾ ਆਨਸਰ, ਸੋ ਜਿਹੜਾ ਇਸਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਡੀ ਡਾਇਰੈਕਟ ਐਕਸਪੀਰੀਅੰਸ ਮਟੀਰੀਅਲ। ਠੀਕ ਹੈ ਜੀ। ਇਹ ਜ਼ਿਆਦਾ ਇਫੈਕਟਿਵ ਜਿਹੜਾ ਟ੍ਰੇਨਿੰਗ ਮੈਥਡ ਹੈ ਜਿਹਦੇ ਵਿੱਚ ਡਾਇਰੈਕਟ ਐਕਸਪੀਰੀਅੰਸ ਜਿਹੜਾ ਕੀਤਾ ਜਾਂਦਾ ਬੱਚਿਆਂ ਨਾਲ, ਮਟੀਰੀਅਲ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ। ਠੀਕ ਹੈ ਜੀ। ਸੋ ਅਗਲਾ ਕੁਐਸਚਨ ਹੈ ਜੀ ਡਾਇਗਨੋਸਟਿਕ ਟੀਚਿੰਗ ਇਜ਼ ਯੂਜ਼ਡ, ਡਾਇਗਨੋਸਟਿਕ ਟੀਚਿੰਗ ਜਿਹੜੇ ਡਾਇਗਨੋਸਟਿਕ ਟੈਸਟਿੰਗ is used to know the problem related to learning, to know about the weakness, both A and B, ਜਾਂ D none of above। ਠੀਕ ਹੈ। ਸੋ ਡਾਇਗਨੋਸਟਿਕ ਦਾ ਕੀ ਹੁੰਦਾ ਕਿ ਬੱਚਿਆਂ ਦੀ ਜਿਹੜੀ ਪ੍ਰੋਬਲਮ ਨੂੰ ਉਹਨਾਂ ਨੇ ਕੋਸ਼ਿਸ਼ ਕਰਨਾ ਉਹਨੂੰ ਜਾਣਨ ਦੀ। ਠੀਕ ਹੈ। ਅਤੇ ਉਹਨਾਂ ਦੀ ਵੀਕਨੈਸਿਸ ਵੀ। ਸੋ ਏ ਔਰ ਬੀ ਆਪਸ਼ਨ ਬਿਲਕੁਲ ਸਹੀ ਹੈ। ਸੋ ਜਿਹੜਾ ਆਪਣਾ ਆਪਸ਼ਨ ਸਹੀ ਉਹ ਹੈ ਆਪਸ਼ਨ ਨੰਬਰ ਸੀ, ਬੋਥ ਏ ਐਂਡ ਬੀ। 37th question ਹੈ ਜੀ ਕੰਡਕਟਿੰਗ ਇੰਡੀਵਿਜੂਅਲ ਇੰਟਰਵਿਊਜ਼ ਇਨ ਮੈਥਮੈਟਿਕਸ ਕਲਾਸਰੂਮ ਸਿਚੁਏਸ਼ਨਸ ਇਜ਼ ਇੰਪੋਰਟੈਂਟ ਫॉर, ਮੈਥਮੈਟਿਕਸ ਦੀ ਲਾਈਕ ਕੰਡਕਟਿੰਗ ਇੰਡੀਵਿਜੂਅਲ ਇੰਟਰਵਿਊਜ਼ ਇਨ ਮੈਥਮੈਟਿਕਸ ਕਲਾਸਰੂਮ ਇਜ਼ ਇੰਪੋਰਟੈਂਟ ਫॉर ਕਿ ਇਸਟੈਬਲਿਸ਼ਿੰਗ ਰੈਪਟ ਵਿਦ ਦ ਸਟੂਡੈਂਟ, better understanding of their socio-economic background, identifying error and decided on their remedial strategies, ਜਾਂ D all the above। ਸੋ ਜਿਹੜਾ ਸਹੀ ਆਪਸ਼ਨ ਹੈ ਜੀ ਆਪਸ਼ਨ ਨੰਬਰ ਡੀ ਕਿ ਜਿਹੜੇ ਐਰਰਸ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਨਾ ਅਤੇ ਡਿਸਾਈਡਿੰਗ ਔਨ ਦੇਅਰ ਰੈਮੀਡੀਅਲ ਸਟ੍ਰੈਟਜੀਜ਼। ਸੋ ਇਹਦਾ ਸਹੀ ਆਨਸਰ ਆਪਸ਼ਨ ਨੰਬਰ ਸੀ। ਨੈਕਸਟ ਕੁਐਸਚਨ ਹੈ ਜੀ ਦਾ ਫਾਦਰ ਆਫ ਪਲੇ ਮੈਥਡ ਇਜ਼, ਜਿਹੜਾ ਫਾਦਰ ਆਫ ਪਲੇ ਮੈਥਡ ਹੈ ਇਹ ਜੀ ਕਿਹਨੂੰ ਕਿਹਾ ਜਾਂਦਾ ਹੈ? ਇਹਦਾ ਆਪਸ਼ਨ ਨੰਬਰ ਸਹੀ ਹੈ ਜੀ ਆਪਸ਼ਨ ਨੰਬਰ ਏ ਹੈਨਰੀ ਕੈਲਡਵਲ ਕੁੱਕ। ਠੀਕ ਹੈ ਜੀ। ਸੋ ਅਗਲਾ 39th ਕੁਐਸਚਨ ਵੱਲ ਵੱਧਦੇ ਹਾਂ ਜੀ। ਹਾਊ ਕੈਨ ਅ ਟੀਚਰ ਵਰਕ ਟੂਵਰਡਸ ਦਾ ਮਿਸਕਨਸੈਪਸ਼ਨਸ ਆਫ ਅ ਸਟੂਡੈਂਟ ਫॉर ਅ ਕੰਸੈਪਟ ਇਨ ਮੈਥਮੈਟਿਕਸ। ਠੀਕ ਹੈ ਜੀ। ਹਾਊ ਕੈਨ ਅ ਟੀਚਰ ਵਰਕ ਟੂਵਰਡ ਦਾ, ਕਿਵੇਂ ਬੱਚਾ ਜਿਹੜਾ ਟੀਚਰ ਹੈ ਉਹ ਕੰਮ ਕਰ ਸਕਦਾ ਹੈ ਟੂਵਰਡ ਦਾ ਮਿਸਕਨਸੈਪਸ਼ਨ ਆਫ ਸਟੂਡੈਂਟ ਫॉर ਕੰਸੈਪਟ। ਠੀਕ ਹੈ ਜੀ। ਸੋ ਇਹਦਾ ਜਿਹੜਾ ਆਪਸ਼ਨ ਦੇਖਦੇ ਹਾਂ ਕਿ ਇਗਨੋਰਿੰਗ ਦਾ ਚਾਈਲਡ ਹੂ ਹੈਜ਼ ਡਿਵੈਲਪਡ ਮਿਸਕਨਸੈਪਸ਼ਨ। ਦੇਖੋ ਇਹ ਤਾਂ ਨੈਗੇਟਿਵ ਪੁਆਇੰਟ ਹੈ ਕਿ ਅਗਰ ਕੋਈ ਬੱਚਾ ਕੋਈ ਕੰਸੈਪਟ ਨੂੰ ਜਿਹੜਾ ਹੈ ਉਹਨੂੰ ਥੋੜ੍ਹਾ ਜਿਹਾ ਸਮਝ ਨਹੀਂ ਆ ਰਿਹਾ ਜਾਂ ਉਹਨੂੰ ਕਿਸੇ ਹੋਰ ਤਰੀਕੇ ਨਾਲ ਲੈ ਰਿਹਾ ਤਾਂ ਇਹ ਨਹੀਂ ਕਿ ਉਹ ਬੱਚੇ ਨੂੰ ਇਗਨੋਰ ਕੀਤਾ ਜਾਵੇ। ਆਪਸ਼ਨ ਨੰਬਰ ਬੀ ਅੰਡਰਸਟੈਂਡਿੰਗ ਚਾਈਲਡਸ ਰੀਜ਼ਨਿੰਗ ਟੂਵਰਡ ਦਾ ਕੰਸੈਪਟ ਐਂਡ ਦੈਨ ਫੈਸਿਲਿਟੇਟਿੰਗ ਹਰ ਅਕੋਰਡਿੰਗਲੀ, ਇਹ ਹੋ ਸਕਦਾ ਹੈ। ਸੀ ਆਪਸ਼ਨ ਹੈ ਜੀ ਗਿਵਿੰਗ ਵਰਕਸ਼ੀਟ ਐਂਡ ਫੋਕਸਿੰਗ ਔਨ ਪ੍ਰੋਸੀਜਰ ਟੂ ਸੋਲਵ ਪ੍ਰੋਬਲਮ। ਠੀਕ ਹੈ ਜੀ। ਉਹਨੂੰ ਗਿਵਿੰਗ ਵਰਕਸ਼ੀਟਸ 'ਤੇ ਨਹੀਂ ਦੇਵਾਂਗੇ ਆਪਾਂ, ਜਾਂ ਫੋਕਸ ਔਨ ਪ੍ਰੋਸੀਜਰ, ਜਾਂ ਡੀ ਪ੍ਰੋਵਾਈਡਿੰਗ ਰੈਮੀਡੀਅਲ ਕਲਾਸ ਟੂ ਦਾ ਸਟੂਡੈਂਟ। ਦੇਖੋ ਜੀ ਇਹ ਇੰਨੀ ਬਹੁਤ ਵੱਡੀ ਪ੍ਰੋਬਲਮ ਨਹੀਂ ਹੈਗੀ ਕਿ ਅਗਰ ਅਸੀਂ ਉਸਨੂੰ ਰੈਮੀਡੀਅਲ ਕਲਾਸਿਸ ਦਿੱਤੀ ਜਾਣ। ਠੀਕ ਹੈ। ਇਹਦਾ ਜਿਹੜਾ ਆਪਸ਼ਨ ਹੈ ਆਪਸ਼ਨ ਨੰਬਰ ਬੀ ਬਿਲਕੁਲ ਸਹੀ ਕਿ ਅੰਡਰਸਟੈਂਡਿੰਗ ਚਾਈਲਡ ਰੀਜ਼ਨਿੰਗ, ਜਿਹੜੀ ਬੱਚੇ ਦੀ ਰੀਜ਼ਨਿੰਗ ਹੈ ਉਹਦੇ ਵੱਲ ਧਿਆਨ ਦਿੱਤਾ ਜਾਵੇ। ਠੀਕ ਹੈ ਜੀ। ਸੋ ਅੱਜ ਦੀ ਇਸ ਵੀਡੀਓ ਦਾ ਲਾਸਟ ਕੁਐਸਚਨ ਜਿਹੜਾ ਹੈ ਜੀ 40 ਨੰਬਰ ਕੁਐਸਚਨ ਕਿ ਡਿਊਰਿੰਗ ਵਿਚ ਆਫ ਦਾ ਫੋਲੋਇੰਗ ਐਕਟੀਵਿਟੀਜ਼ ਐਬੈਕਸ ਕੈਨੋਟ ਬੀ ਯੂਜ਼ਡ। ਜਿਹੜਾ ਹੈ ਐਬੈਕਸ ਹੈ ਉਹ ਜਿਹੜਾ ਹੈ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਹੈ ਜਿਹੜੀ ਜਿਹਦੇ ਲਈ ਨਹੀਂ ਯੂਜ਼ ਕੀਤਾ ਜਾਂਦਾ ਕਿ ਫਰੈਕਸ਼ਨਲਾਈਜੇਸ਼ਨ, ਡਿਵੀਜ਼ਨ, ਮਲਟੀਪਲੀਕੇਸ਼ਨ ਜਾਂ ਡਿਵੀਸ਼ਨ। ਠੀਕ ਹੈ। ਸੋ ਜਿਹੜੇ ਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਏ ਫਰੈਕਸ਼ਨਲਸ ਲਈ ਜਿਹੜਾ ਹੈ ਅਬੈਕਸ ਜਿਹੜਾ ਹੈ ਨਹੀਂ ਯੂਜ਼ ਕੀਤਾ ਜਾਂਦਾ। ਠੀਕ ਹੈ। ਡਿਵੀਜ਼ਨ, ਮਲਟੀਪਲੀਕੇਸ਼ਨ, ਸਬਟਰੈਕਟ
ਐਡੀਸ਼ਨ ਇਹਨਾਂ ਸਾਰਿਆਂ ਲਈ ਜਿਹੜਾ ਐਬੈਕਸ ਹੈ ਉਹ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਆਪਾਂ ਜਿਹੜੇ 40 ਕੁਐਸਚਨਸ ਕੀਤੇ ਨੇ ਇਹ ਸਾਰੇ ਇੰਪੋਰਟੈਂਟ ਕੁਐਸਚਨ ਸੀਗੇ। ਠੀਕ ਹੈ ਜੀ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਿਹੜੇ ਹੈ ਇਸ ਵੀਡੀਓ ਦੇ ਅਖੀਰ ਤੱਕ ਜਿਹੜੇ ਹੈ ਤੁਸੀਂ ਬਣੇ ਰਹੇ ਹੋਵੋਗੇ ਅਤੇ ਤੁਹਾਡੀ ਇੱਕ ਤਰ੍ਹਾਂ ਦੀ ਪ੍ਰੈਕਟਿਸ ਵੀ ਜਿਹੜੀ ਹੈ ਉਹ ਹੋ ਜਾਏਗੀ, ਹੈ ਨਾ। ਅਤੇ ਇੱਕ ਤੁਹਾਨੂੰ ਓਵਰਵਿਊ ਜਿਹਾ ਮਿਲ ਜਾਏਗਾ। ਠੀਕ ਹੈ ਕਿ ਜਿਹੜੇ ਮੈਥ ਦੀ ਜਿਹੜੀ ਪੈਡਾਗੋਜੀ ਹੈ ਉਹ ਮਤਲਬ ਕਿਵੇਂ ਉਹਦੇ ਵਿੱਚੋਂ ਕਿੱਦਾਂ ਦੇ ਕੁਐਸਚਨਸ ਜਿਹੜੇ ਪੁੱਛੇ ਜਾਂਦੇ ਨੇ। ਠੀਕ ਹੈ ਜੀ। ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।